ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੀ। ਟਰੂਡੋ ਦੀ ਟਰੱਕ ਵਾਲਿਆਂ ਨੂੰ ਸਲਾਹ, ਕਿਹਾ ਹੁਣ ਜਾਣਾ ਚਾਹੀਦਾ ਹੈ ਘਰ। ਬਾਈਡਨ ਦੀ ਟਰੂਡੋ ਨੂੰ ਸਲਾਹ, ਦੱਸਿਆ ਕਿਵੇਂ ਹਟਾਓ ਪ੍ਰਦਰਸ਼ਨ। ਓਨਟਾਰੀਓ 'ਚ ਲੱਗੀ ਸਟੇਟ ਆਫ ਐਮਰਜੈਂਸੀ, ਓਨਟਾਰੀਓ ਦੇ ਪ੍ਰੀਮੀਅਰ ਨੇ ਕੀਤਾ ਐਲਾਨ। ਓਨਟਾਰੀਓ ਨੇ ਪ੍ਰਦਰਸ਼ਨ ਖਿਲਾਫ ਕੀਤੀ ਕਾਰਵਾਈ, ਓਨਟਾਰੀਓ ਨੇ ਲਗਾਈ ਫੰਡ ਤੇ ਰੋਕ। 2019 ਦੇ ਮਾਮਲੇ 'ਚ ਪੰਜਾਬੀ ਨੂੰ ਹੋਈ ਸਜ਼ਾ, 176 ਦਿਨ ਰਹਿਣਾ ਪਵੇਗਾ ਜੇਲ੍ਹ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਦਰਸ਼ਨ ਕਰਨ ਵਾਲੇ ਟਰੱਕ ਡਰਾਈਵਰਸ ਨੂੰ ਸਲਾਹ ਦਿੱਤੀ ਗਈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਘਰ ਚਲ ਜਾਣਾ ਚਾਹੀਦਾ ਹੈ ਤੇ ਪ੍ਰੋਟੈਸਟ ਖਤਮ ਕਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਜ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਤਾਂ ਨਹੀਂ ਪਤਾ ਕਿ ਇਹ ਪ੍ਰੋਟੈਸਟ ਕਦੋਂ ਤੇ ਕਿਵੇਂ ਖਤਮ ਹੋਏਗਾ, ਪਰ ਉਹ ਚਾਹੁੰਦੇ ਨੇ ਕਿ ਇਹ ਸ਼ਾਂਤਮਈ ਤਰੀਕੇ ਨਾਲ ਹੀ ਖਤਮ ਹੋਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰਦਰਸ਼ਨ ਕਰਨ ਵਾਲੇ ਟਰੱਕ ਡਰਾਈਵਰਸ ਨੂੰ ਘਰ ਵਾਪਸ ਜਾਣ ਦੀ ਸਲਾਹ ਦਿੱਤੀ ਗਈ ਹੈ। ਜੀ ਹਾਂ, ਇਸ ਸਮੇਂ ਜੋ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਪ੍ਰਦਰਸ਼ਨ ਖਤਮ ਕਰ ਦੇਣਾ ਚਾਹੀਦਾ ਹੈ ਤੇ ਡਰਾਈਵਰਸ ਆਪਣੇ ਘਰ ਵਾਪਸ ਚਲੇ ਜਾਣ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਹਿੰਸਾ ਹੋਵੇ। ਪ੍ਰਧਾਨ ਮੰਤਰੀ ਮੁਤਾਬਕ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਕਿ ਇਹ ਪ੍ਰਦਰਸ਼ਨ ਕਦੋਂ ਅਤੇ ਕਿਸ ਤਰ੍ਹਾਂ ਖਤਮ ਹੋਏਗਾ, ਪਰ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਸ ਨੂੰ ਸ਼ਾਂਤਮਈ ਤਰੀਕੇ ਹੀ ਖਤਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Illegal blockades seeking to take our neighborhoods and our economy hostage, and the collective COVID fatigue we are facing are two very separate things. If you joined the protests because you're tired of COVID, you now need to understand that you are breaking laws. The consequences are becoming more and more severe. You don't want to end up losing your license, end up with a criminal record, which will impact your job, your livelihood, even your ability to travel internationally, including to the US. We've heard your frustration with COVID, with the measures that are there to keep people safe. We've heard you. It's time to go home now. And to the people who are tired of this pandemic, that is, all Canadians, I want you to be able to get back to the things that you love. I hear you, all of you. Parliamentarians hear it in their communities. We all hear it from friends and family. From people like Lori from here in Ontario, who wrote to me to say she disagrees with the bad behavior of the blockaders, but she's also tired of the restrictions. Or Helen from Toronto, who's worried about what the restrictions are doing to children's mental health. I understand. We don't want these measures to last longer than they should, and we never did. But the truth is, because of all of our efforts, we saved more lives in Canada than in many other countries. We helped people like Samuel from Courtenay, BC, who also wrote to tell me that as a healthcare worker, our measures are keeping him safe. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਲਾਹ ਦਿੱਤੀ ਗਈ ਹੈ। ਦਰਅਸਲ ਕੈਨੇਡਾ ਵਿੱਚ ਇਸ ਸਮੇਂ ਜੋ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕਰਦਿਆਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਜੋ ਬਾਈਡਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਫੈਡਰਲ ਪਾਵਰਸ ਦੀ ਵਰਤੋਂ ਕਰਦਿਆਂ ਇਸ ਪ੍ਰੋਟੈਸਟ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਸਲਾਹ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਇਸ ਸਮੇਂ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਨੂੰ ਹਟਾਉਣ ਵਿੱਚ ਫੈਡਰਲ ਪਾਵਰ ਦੀ ਵਰਤੋਂ ਕਰੇ। ਦੱਸਿਏ ਕਿ ਲਗਾਤਾਰ 15 ਦਿਨ ਹੋ ਚੁੱਕੇ ਨੇ ਤੇ ਟਰੱਕਰਸ ਵੱਲੋਂ ਅਜੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਵੱਡੇ ਪੱਧਰ ਦੇ ਉੱਪਰ ਆਟਵਾ ਵਿੱਚ ਪ੍ਰੋਟੈਸਟ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ ਬਾਰਡਰ ਦੇ ਉੱਪਰ ਵੀ ਇਸ ਦਾ ਅਸਰ ਹੈ, ਕਿਉਂਕਿ ਕਾਫੀ ਦਿਨਾਂ ਤੋਂ ਬਾਰਡਰ ਵੀ ਬਲੌਕ ਕੀਤਾ ਹੋਇਆ ਹੈ। ਇਸ ਦੌਰਾਨ ਬਾਰਡਰ ਦੇ ਰਾਹੀਂ ਆਉਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਨੇ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਲਾਹ ਦੇ ਦਿੱਤੀ ਹੈ ਕਿ ਉਹ ਫੈਡਰਲ ਪਾਵਰਸ ਦੀ ਵਰਤੋਂ ਕਰਨ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ। ਇਸ ਮੁਤਾਬਕ ਟਰੱਕ ਡਰਾਈਵਰਸ ਲਈ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰਨਾ ਜ਼ਰੂਰੀ ਹੈ, ਪਰ ਕਈ ਟਰੱਕਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਵਿਰੋਧ ਦਾ ਇਹ ਨਤੀਜਾ ਹੋਇਆ ਕਿ ਉਹਨਾਂ ਵੱਲੋਂ ਆਟਵਾ ਵਿੱਚ ਕਾਫੀ ਦਿਨਾਂ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਗੋਫੰਡਮੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ, ਕਿਉਂਕਿ ਇਸ ਵਿੱਚ ਜੋ ਫੰਡ ਇਕੱਠਾ ਹੋਇਆ ਇਸ ਬਾਰੇ ਵੀ ਹਾਲ ਹੀ ਵਿੱਚ ਜਾਣਕਾਰੀ ਸਾਹਮਣੇ ਆਈ ਹੈ।
ਜਿਸ ਵਿੱਚ ਪਤਾ ਚੱਲਦਾ ਹੈ ਕਿ ਅਮਰੀਕਾ ਤੋਂ ਜ਼ਿਆਦਾਤਰ ਡੋਨਰ ਸਨ ਜਿਨ੍ਹਾਂ ਵੱਲੋਂ ਫੰਡ ਦਿੱਤਾ ਗਿਆ। ਉਧਰ GoFundMe ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਫੰਡ ਦੇ ਉੱਪਰ ਰੋਕ ਲਗਾ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਪ੍ਰੋਟੈਸਟ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ, ਪਰ ਬਾਅਦ ਵਿੱਚ ਇਸ ਵਿੱਚ ਹਿੰਸਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਇਸ ਸਮੇਂ ਜੋ ਟਰੱਕ ਡਰਾਈਵਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਸ ਨੂੰ ਧਿਆਨ ਵਿੱਚ ਰੱਖਦਿਆਂ ਓਨਟਾਰੀਓ ਵਿੱਚ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਸਟੇਟ ਆਫ ਐਮਰਜੈਂਸੀ ਲਗਾਈ ਜਾ ਰਹੀ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਚੱਲ ਰਹੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਇਸ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਓਨਟਾਰੀਓ ਵਿੱਚ ਉਹਨਾਂ ਵੱਲੋਂ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਰਹੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਦਰਸ਼ਨ ਨੂੰ ਖਤਮ ਕਰਨ ਦੇ ਵਾਸਤੇ ਵੀ ਉਹਨਾਂ ਵੱਲੋਂ ਐਮਰਜੈਂਸੀ ਆਰਡਰ ਜਾਰੀ ਕੀਤੇ ਜਾਣਗੇ। ਐਲਾਨ ਕਰਨ ਮੌਕੇ ਪ੍ਰੀਮੀਅਰ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਅਥਾਰਟੀ ਦੀ ਵਰਤੋਂ ਕਰਦਿਆਂ ਸਟੇਟ ਆਫ ਐਮਰਜੈਂਸੀ ਸੂਬੇ ਵਿੱਚ ਲਗਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕੈਬਨਿਟ ਤੋਂ ਮੰਗ ਕੀਤੀ ਹੈ ਕਿ ਆਰਡਰ ਲਿਆਂਦੇ ਜਾਣ ਤਾਂ ਕਿ ਇਸ ਪ੍ਰੋਟੈਸਟ ਨੂੰ ਖਤਮ ਕੀਤਾ ਜਾ ਸਕੇ। ਇਸ ਦੌਰਾਨ ਡਗ ਫੋਰਡ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। To declare a state of emergency in our province. And I will convene cabinet to use legal authorities to urgently enact orders that will make crystal clear it is illegal and punishable to block and impede the movement of goods, people, and services along critical infrastructure. This will include protecting international border crossings, 400 series highways, airports, ports, bridges, and railways. It will also include protecting the safe and essential movement of ambulatory and medical services, public transit, municipal and provincial roadways, as well as pedestrian walkways. Fines for non-compliance will be severe, with a maximum penalty of $100,000 and up to a year imprisonment. We will also provide additional authority to consider taking away the personal and commercial licenses of anyone who doesn't comply with these orders. This will not impede the rights of Ontarians to peacefully protest. It will provide additional tools to help stop the illegal occupation of Ottawa and the Ambassador Bridge in Windsor. While these emergency orders will be temporary, we have every intention to bring new legislation forward that will make these measures permanent in law. We're taking these steps necessary to support our police as they do what it takes to restore law and order. And please, my friends, make no mistake, this is a pivotal moment for our nation. The eyes of the world are upon us right now, and what they are seeing is not who we are. It's not what Canada is about. GoFundMe ਵੱਲੋਂ ਫੰਡ ਦੇ ਉੱਪਰ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਤਾਂ ਫਿਰ ਨਵੇਂ ਪਲੇਟਫਾਰਮ ਤੇ ਫੰਡ ਇਕੱਠਾ ਹੋਣ ਲੱਗਾ। ਪਰ ਹੁਣ ਓਨਟਾਰੀਓ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ ਜੋ ਨਵੇਂ ਪਲੇਟਫਾਰਮ ਉੱਪਰ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਉਸ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਟਰੱਕਰਸ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੌਰਾਨ ਹੁਣ ਗਿਵ ਸੈਂਡ ਗੋ ਦੇ ਉੱਪਰ ਫੰਡ ਇਕੱਠਾ ਕੀਤਾ ਜਾ ਰਿਹਾ ਸੀ, ਪਰ ਓਨਟਾਰੀਓ ਸਰਕਾਰ ਵੱਲੋਂ ਹੁਣ ਇਸ ਦੇ ਉੱਪਰ ਕਾਰਵਾਈ ਕਰਦਿਆਂ ਗਿਵ ਸੈਂਡ ਗੋ ਦੇ ਉੱਪਰ ਜੋ ਫੰਡ ਇਕੱਠੇ ਹੋਏ ਉਸ ਨੂੰ ਫ੍ਰੀਜ਼ ਕਰ ਦਿੱਤਾ। ਇਸ ਦੀ ਜਾਣਕਾਰੀ ਓਨਟਾਰੀਓ ਸਰਕਾਰ ਵੱਲੋਂ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਜੋ ਨਵੇਂ ਪਲੇਟਫਾਰਮ ਉੱਪਰ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਇਸ ਨੂੰ ਹੁਣ ਉਹਨਾਂ ਵੱਲੋਂ ਆਪਣੀਆਂ ਪਾਵਰਸ ਨੂੰ ਇਸਤੇਮਾਲ ਕਰਦਿਆਂ ਫ੍ਰੀਜ਼ ਕੀਤਾ ਜਾ ਰਿਹਾ ਹੈ। ਇਸ ਬਾਰੇ ਖੁਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਫਰੀडम ਕਨਵੇ 2022 ਵਿੱਚ $8.4 ਮਿਲੀਅਨ ਦਾ ਫੰਡ ਅਤੇ ਅਡਾਪਟ ਅ ਟਰੱਕ ਵਿੱਚ $6,86,000 ਦਾ ਫੰਡ ਇਕੱਠਾ ਕੀਤਾ ਗਿਆ। ਇਸ ਤੋਂ ਪਹਿਲਾਂ GoFundMe ਦੇ ਉੱਪਰ ਵੀ $10 ਮਿਲੀਅਨ ਤੋਂ ਵੱਧ ਦਾ ਫੰਡ ਇਕੱਠਾ ਕੀਤਾ ਗਿਆ ਸੀ, ਪਰ GoFundMe ਵੱਲੋਂ ਇਸ ਫੰਡ ਨੂੰ ਰੋਕਣ ਬਾਰੇ ਐਲਾਨ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਇਸ ਸਮੇਂ ਫੈਡਰਲ ਸਰਕਾਰ ਵੱਲੋਂ ਲਿਆਂਦੀ ਗਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਟਰੱਕਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਆਟਵਾ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੋ GoFundMe ਪਲੇਟਫਾਰਮ ਉੱਪਰ ਫੰਡ ਇਕੱਠਾ ਹੋਇਆ ਸੀ ਇਸ ਨੂੰ ਰੋਕਣ ਸੰਬੰਧੀ GoFundMe ਵੱਲੋਂ ਕਾਰਨ ਵੀ ਦੱਸਿਆ ਗਿਆ। ਉਹਨਾਂ ਦਾ ਕਹਿਣਾ ਸੀ ਕਿ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ, ਪਰ ਬਾਅਦ ਵਿੱਚ ਇਸ ਤੋਂ ਹਿੰਸਕ ਘਟਨਾਵਾਂ ਸਾਹਮਣੇ ਆਉਣ ਲੱਗੀਆਂ।
ਜਿਸ ਤੋਂ ਬਾਅਦ ਉਹਨਾਂ ਨੇ ਫੰਡ ਰੋਕਣ ਦਾ ਐਲਾਨ ਕੀਤਾ। ਹਾਲ ਹੀ 'ਚ ਇਸ ਬਾਰੇ ਇੱਕ ਡਾਟਾ ਵੀ ਸਾਹਮਣੇ ਆਇਆ ਜਿਸ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਤੇ ਬਾਹਰੋਂ ਜ਼ਿਆਦਾ ਡੋਨੇਸ਼ਨ ਆਇਆ ਹੈ। ਇਸ ਵਿੱਚ ਪਤਾ ਚੱਲਿਆ ਕਿ ਸਭ ਤੋਂ ਵੱਧ ਡੋਨੇਸ਼ਨ ਅਮਰੀਕਾ ਤੋਂ ਆਇਆ ਤੇ ਹੋਰ ਵੀ ਦੇਸ਼ਾਂ ਤੋਂ ਕਿੰਨਾ ਡੋਨੇਸ਼ਨ ਆਇਆ ਇਹ ਵੀ ਇਸ ਤੋਂ ਜਾਣਕਾਰੀ ਸਾਹਮਣੇ ਆਈ ਹੈ। 2019 ਦੇ ਮਾਮਲੇ ਦੇ ਸੰਬੰਧ ਵਿੱਚ ਪੰਜਾਬੀ ਨੂੰ ਸਜ਼ਾ ਸੁਣਾਈ ਗਈ ਹੈ। ਸਜ਼ਾ ਜੇਲ੍ਹ ਦੀ ਸੁਣਾਈ ਗਈ, ਪਰ ਡਿਪੋਰਟੇਸ਼ਨ ਦਾ ਵੀ ਸਾਹਮਣਾ ਵਰੁਣ ਸੈਣੀ ਨੂੰ ਕਰਨਾ ਪੈ ਸਕਦਾ ਹੈ। ਦਰਅਸਲ 2019 ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਦੋ ਗੱਡੀਆਂ ਵੱਲੋਂ ਸਪੀਡਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ। ਜੋ ਪੈਸੇਂਜਰ ਸੀਟ ਉੱਪਰ ਇੱਕ ਨੌਜਵਾਨ ਬੈਠਾ ਸੀ ਉਸ ਦੀ ਮੌਤ ਹੋ ਗਈ, ਜਿਸ ਦੇ ਕਾਰਨ ਵਰੁਣ ਸੈਣੀ ਨੂੰ ਹੁਣ ਚਾਰजेस ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਸੀ, ਪਰ ਹੁਣ ਉਹਨਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। 2019 ਦੇ ਮਾਮਲੇ ਵਿੱਚ ਚਾਰजेस ਦਾ ਸਾਹਮਣਾ ਕਰਨ ਵਾਲੇ ਵਰੁਣ ਸੈਣੀ ਨੂੰ ਹੁਣ 176 ਦਿਨ ਜੇਲ੍ਹ ਵਿੱਚ ਰਹਿਣਾ ਪਏਗਾ। ਇਸ ਤੋਂ ਇਲਾਵਾ ਉਹਨਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦਰਅਸਲ ਇਹ ਮਾਮਲਾ 8 ਸਤੰਬਰ 2019 ਨੂੰ ਸਾਹਮਣੇ ਆਇਆ ਸੀ। ਇਸ ਦੌਰਾਨ ਦੋ ਗੱਡੀਆਂ ਵੱਲੋਂ ਸਪੀਡਿੰਗ ਕੀਤੀ ਜਾ ਰਹੀ ਸੀ। ਇਸ ਵਿੱਚ 4 ਜਾਣੇ ਸਵਾਰ ਸਨ। ਜਿਸ ਵੇਲੇ ਇੱਕ ਗੱਡੀ ਦੂਸਰੀ ਗੱਡੀ ਨੂੰ ਪਾਸ ਕਰਨ ਲੱਗੀ ਤਾਂ ਉਹ ਬੇਕਾਬੂ ਹੋ ਗਈ ਤੇ ਖੰਭੇ ਨਾਲ ਜਾ ਕੇ ਟਕਰਾ ਗਈ। ਇਸ ਗੱਡੀ ਨੂੰ ਵਰੁਣ ਸੈਣੀ ਚਲਾ ਰਿਹਾ ਸੀ, ਜਿਸ ਦੀ ਉਮਰ 26 ਸਾਲ ਹੈ। ਜਦੋਂ ਗੱਡੀ ਖੰਭੇ ਨਾਲ ਟਕਰਾਈ ਤਾਂ ਵਰੁਣ ਸੈਣੀ ਨੂੰ ਸੱਟਾਂ ਲੱਗੀਆਂ, ਪਰ ਉਸ ਦੀ ਪੈਸੇਂਜਰ ਸੀਟ ਦੇ ਉੱਪਰ ਜੋ ਇੱਕ ਅਭਿਸ਼ੇਕ ਨਾਮ ਦਾ ਨੌਜਵਾਨ ਬੈਠਾ ਹੋਇਆ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹੁਣ ਇਸ ਮਾਮਲੇ ਤੋਂ ਬਾਅਦ ਇਸ ਸੰਬੰਧੀ ਵਰੁਣ ਸੈਣੀ ਵੱਲੋਂ ਚਾਰजेस ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜੂਨ ਮਹੀਨੇ ਦੌਰਾਨ ਵਰੁਣ ਸੈਣੀ ਇਸ ਮਾਮਲੇ ਸੰਬੰਧੀ ਗਿਲਟੀ ਪਾਇਆ ਗਿਆ ਤੇ ਹੁਣ ਉਹਨਾਂ ਨੂੰ 176 ਦਿਨ ਜੇਲ੍ਹ ਵਿੱਚ ਰਹਿਣਾ ਪਵੇਗਾ। ਪਰ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਰਸੀਐਮਪੀ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇਸ ਸੰਬੰਧ ਵਿੱਚ 2 ਜਾਣੇ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਇਹਨਾਂ ਕੋਲੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਰਾਮਦ ਹੋਈਆਂ। ਰਿਚ ਮੈਡੋਜ਼ ਆਰਸੀਐਮਪੀ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਇਸ ਸੰਬੰਧ ਵਿੱਚ ਆਰਸੀਐਮਪੀ ਵੱਲੋਂ 2 ਜਾਣੇ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਕੋਲੋਂ 63,000 ਤੋਂ ਵੱਧ ਇਲਿਸਿਟ ਫੈਂਟਾਨਾਈਲ ਦੀਆਂ ਡੋਜ਼ਸ ਬਰਾਮਦ ਹੋਈਆਂ। ਡਿਟੈਚਮੈਂਟ ਸਟਰੀਟ ਇਨਫੋਰਸਮੈਂਟ ਯੂਨਿਟ ਵੱਲੋਂ ਇਸ ਮਾਮਲੇ ਦੀ ਸ਼ੁਰੂਆਤ ਜਾਣੀ ਕਿ ਪੜਤਾਲ ਜੂਨ 2021 ਤੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਕਈ ਥਾਵਾਂ ਤੇ ਵਾਰੰਟ ਐਗਜ਼ੀਕਿਊਟ ਕੀਤੇ ਗਏ। ਇਸ ਦੌਰਾਨ ਆਰਸੀਐਮਪੀ ਵੱਲੋਂ 6 ਕਿਲੋ ਫੈਂਟਾਨਾਈਲ ਬਰਾਮਦ ਕੀਤੀ ਗਈ। ਇਸ ਵਿੱਚੋਂ ਜ਼ਿਆਦਾਤਰ ਪੈਕੇਟਸ ਸੇਲ ਵਾਸਤੇ ਤਿਆਰ ਕੀਤੇ ਗਏ ਸਨ। ਇਸ ਤੋਂ ਇਲਾਵਾ ਪੁਲਿਸ ਦੇ ਹੱਥ ਪਾਊਡਰ ਕੋਕੇਨ, 625 ਗ੍ਰਾਮ ਸਸਪੈਕਟਡ ਮੈਥਮਫੈਟਾਮਾਈਨ, 9 ਮਿਲੀਮੀਟਰ ਹੈਂਡਗਨ, ਬॉडी ਆਰਮਰ ਅਤੇ ਨਕਦੀ ਵੀ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ $31,000 ਦੀ ਨਕਦੀ ਮਿਲੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ 3 ਵਾਹਨ ਵੀ ਜ਼ਬਤ ਕੀਤੇ ਗਏ ਨੇ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਜਿਹੜੇ 2 ਜਾਣੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ, ਉਹਨਾਂ ਦੇ ਅਜੇ ਨਾਮ ਪੁਲਿਸ ਵੱਲੋਂ ਜਨਤਕ ਨਹੀਂ ਕੀਤੇ ਗਏ। ਇਹਨਾਂ ਦੋਹਾਂ ਜਾਣਿਆਂ ਨੂੰ ਗ੍ਰਿਫਤਾਰ ਤਾਂ ਕੀਤਾ ਗਿਆ ਹੈ, ਪਰ ਅਜੇ ਇਹਨਾਂ ਉੱਪਰ ਚਾਰजेस ਪੈਂਡਿੰਗ ਨੇ। ਮੈਨੀਟੋਬਾ ਵੱਲੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ। ਜੀ ਹਾਂ, ਮੈਨੀਟੋਬਾ ਵੱਲੋਂ ਹੁਣ ਲਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਮਾਰਚ ਮਹੀਨੇ ਇੱਥੇ ਜਿਹੜੀਆਂ ਬਾਕੀ ਬਚ ਜਾਣਗੀਆਂ ਸਖਤੀਆਂ, ਉਹਨਾਂ ਵਿੱਚ ਵੀ ਰਾਹਤ ਦੇ ਦਿੱਤੀ ਜਾਏਗੀ। ਮੈਨੀਟੋਬਾ ਵੱਲੋਂ ਇਸ ਬਾਰੇ ਕੀ ਐਲਾਨ ਕੀਤਾ ਗਿਆ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਮੈਨੀਟੋਬਾ ਵੱਲੋਂ ਪਾਬੰਦੀਆਂ ਹਟਾਉਣ ਬਾਰੇ ਵੱਡਾ ਐਲਾਨ ਕੀਤਾ ਗਿਆ। ਮਾਰਚ 15 ਤੋਂ ਮੈਨੀਟੋਬਾ ਵਿੱਚ ਸਾਰੀਆਂ ਕੋਵਿਡ-19 ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਜੀ ਹਾਂ, ਮੈਨੀਟੋਬਾ ਵਿੱਚ ਹੁਣ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰੀਓਪਨਿੰਗ ਪਲਾਨ ਦੇ ਮੁਤਾਬਕ 15 ਫਰਵਰੀ ਤੋਂ ਹੀ ਸਖਤੀਆਂ ਵਿੱਚ ਢਿੱਲ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਬਾਰੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਓਮਿਕਰੌਨ ਵੇਰੀਐਂਟ ਦੇ ਜੋ ਇੱਥੇ ਮਾਮਲੇ ਸਾਹਮਣੇ ਆਏ, ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਓਮਿਕਰੌਨ ਵੇਰੀਐਂਟ ਦੀ ਪੀਕ ਲੰਘ ਚੁੱਕੀ ਹੈ ਤੇ ਹੁਣ ਹਾਲਾਤ ਪਹਿਲਾਂ ਦੇ ਮੁਕਾਬਲੇ ਸੁਧਰ ਰਹੇ ਨੇ। 15 ਫਰਵਰੀ ਤੋਂ ਸੂਬਾ ਯੈਲੋ ਲੈਵਲ ਦੇ ਉੱਪਰ ਪਹੁੰਚ ਜਾਵੇਗਾ, ਜਿੱਥੇ ਕਈ ਥਾਵਾਂ ਤੇ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾਵੇਗਾ, ਜਿਵੇਂ ਕਿ ਰੈਸਟੋਰੈਂਟ, ਲਾਇਸੈਂਸਡ ਪ੍ਰੋਮਿਸਿਸ, ਐਂਟਰਟੇਨਮੈਂਟ ਵੈਨਿਊ, ਇਨਡੋਰ ਅਤੇ ਆਊਟਡੋਰ ਸਪੋਰਟਿੰਗ ਇਵੈਂਟਸ, ਪ੍ਰਾਈਵੇਟ ਗੈਦਰਿੰਗ ਦੇ ਉੱਪਰ ਜੋ ਕੈਪੈਸਿਟੀ ਲਿਮਿਟ ਲਗਾਈ ਗਈ ਹੈ ਉਸ ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਊਟਡੋਰ ਪਬਲਿਕ ਗੈਦਰਿੰਗ ਦੇ ਉੱਪਰ ਜੋ ਕੈਪੈਸਿਟੀ ਲਿਮਿਟ ਲਗਾਈ ਗਈ ਹੈ ਉਸ ਨੂੰ ਵੀ ਹਟਾਇਆ ਜਾਵੇਗਾ। ਇੰਡੋਰ ਜਗ੍ਹਾ ਤੇ ਅਜੇ ਵੀ 50% ਦੀ ਇਜਾਜ਼ਤ ਹੋਏਗੀ ਤੇ ਨਾਲ ਹੀ ਇੱਥੇ ਪ੍ਰੂਫ ਆਫ ਵੈਕਸੀਨੇਸ਼ਨ ਦੀ ਵੀ ਜ਼ਰੂਰਤ ਰਹੇਗੀ। ਇਸ ਦੇ ਨਾਲ ਹੀ ਸੂਬੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪ੍ਰੂਫ ਆਫ ਵੈਕਸੀਨੇਸ਼ਨ ਇੱਥੇ ਕਦੋਂ ਹਟਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 1 ਮਾਰਚ ਤੋਂ ਇੱਥੇ ਪ੍ਰੂਫ ਆਫ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ। 15 ਮਾਰਚ ਤੋਂ ਜੋ ਮਾਸਕ ਰਿਕੁਆਇਰਮੈਂਟ ਹੈ ਉਸ ਨੂੰ ਵੀ ਸੂਬੇ ਤੋਂ ਹਟਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬਿਆਂ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਓਮਿਕਰੌਨ ਵੇਰੀਐਂਟ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਸਨ।
ਪਰ ਹੁਣ ਇਨ੍ਹਾਂ ਸੂਬਿਆਂ ਵੱਲੋਂ ਹੌਲੀ-ਹੌਲੀ ਇਨ੍ਹਾਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਇਸ ਬਾਰੇ ਸੂਬਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਅਜਿਹਾ ਕਦਮ ਕਿਉਂ ਚੁੱਕ ਰਹੇ ਨੇ। ਪ੍ਰੋਵਿੰਸਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋ ਓਮਿਕਰੌਨ ਵੇਰੀਐਂਟ ਦੀ ਪੀਕ ਸੀ ਉਹ ਲੰਘ ਚੁੱਕੀ ਹੈ। ਹਾਲਾਤ ਪਹਿਲਾਂ ਦੇ ਮੁਕਾਬਲੇ ਹੁਣ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਕਿਉਂਕਿ ਕਾਰੋਬਾਰ ਅਤੇ ਹੋਰ ਚੀਜ਼ਾਂ ਦੇ ਉੱਪਰ ਕਾਫੀ ਦੇਰ ਤੋਂ ਪਾਬੰਦੀਆਂ ਲਗਾਈਆਂ ਗਈਆਂ ਸਨ ਤੇ ਹੁਣ ਉਹਨਾਂ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ। ਇਸੇ ਕੜੀ ਵਿੱਚ ਹੁਣ ਮੈਨੀਟੋਬਾ ਦਾ ਵੀ ਨਾਮ ਜੁੜ ਗਿਆ, ਜਿੱਥੇ ਰੀਓਪਨਿੰਗ ਪਲਾਨ ਸਾਂਝਾ ਕਰ ਦਿੱਤਾ ਗਿਆ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਇਨਵੀਟੇਸ਼ਨ ਜਾਰੀ ਕੀਤੇ ਗਏ। ਹੁਣ ਤੱਕ ਜਿੰਨੇ ਡਰਾ ਕੱਢੇ ਜਾ ਚੁੱਕੇ ਨੇ, ਜਾਣੀ ਕਿ ਸਾਲ 2022 ਦੇ ਜਿਹੜੇ ਸ਼ੁਰੂਆਤੀ ਮਹੀਨਿਆਂ ਵਿੱਚ ਡਰਾ ਕੱਢੇ ਗਏ, ਉਸ ਵਿੱਚ 1000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਤਾਜ਼ਾ ਪੀਐਨਪੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਡਰਾ ਦਾ ਐਲਾਨ 7 ਫਰਵਰੀ ਨੂੰ ਕੀਤਾ ਗਿਆ, ਜਿੱਥੇ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜ਼ਰੀਏ ਕਈਆਂ ਨੂੰ ਇਨਵੀਟੇਸ਼ਨ ਦਿੱਤੇ ਗਏ। ਜਾਣਕਾਰੀ ਮੁਤਾਬਕ ਸਕਿਲਡ ਵਰਕਰਸ ਇਨ ਮੈਨੀਟੋਬਾ ਤਹਿਤ 202 ਸੱਦੇ ਦਿੱਤੇ ਗਏ, ਜਿਸ ਵਾਸਤੇ ਘੱਟੋ-ਘੱਟ 615 ਸਕੋਰਸ ਦੀ ਰਿਕੁਆਇਰਮੈਂਟ ਰਹੀ। ਸਕਿਲਡ ਵਰਕਰਸ ਓਵਰਸੀਜ਼ ਤਹਿਤ 31 ਇਨਵੀਟੇਸ਼ਨ ਦਿੱਤੇ ਗਏ, ਇਸ ਵਾਸਤੇ ਘੱਟੋ-ਘੱਟ 705 ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਤਹਿਤ 40 ਇਨਵੀਟੇਸ਼ਨ ਦਿੱਤੇ ਗਏ, ਜਿਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਇਸ ਦੇ ਨਾਲ ਹੀ 68 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਸਿਸਟਮ ਅਧੀਨ ਉਮੀਦਵਾਰਾਂ ਨੂੰ ਦਿੱਤੇ ਗਏ। ਹੁਣ ਤੱਕ ਸਾਲ 2022 ਦੌਰਾਨ ਮੈਨੀਟੋਬਾ ਵੱਲੋਂ ਜਿੰਨੇ ਡਰਾ ਕੱਢੇ ਗਏ, ਉਸ ਵਿੱਚ 1000 ਤੋਂ ਵੱਧ ਸੱਦੇ ਦਿੱਤੇ ਜਾ ਚੁੱਕੇ ਨੇ। ਕੁੱਲ ਮਿਲਾ ਕੇ 1031 ਇਨਵੀਟੇਸ਼ਨ ਉਮੀਦਵਾਰਾਂ ਨੂੰ ਹਾਸਿਲ ਹੋ ਚੁੱਕੇ ਨੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਸੂਬੇ ਪੀਐਨਪੀ ਡਰਾ ਕੱਢਦੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾਂਦੇ ਨੇ। ਇਸੇ ਕੜੀ ਤਹਿਤ ਮੈਨੀਟੋਬਾ ਵੱਲੋਂ ਵੀ ਲਗਾਤਾਰ ਆਪਣੇ ਪੀਐਨਪੀ ਡਰਾ ਐਲਾਨ ਕੀਤੇ ਜਾਂਦੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗਦੀ ਹੈ। ਜੋ ਤਾਜ਼ਾ ਡਰਾ 10 ਫਰਵਰੀ ਨੂੰ ਐਲਾਨ ਕੀਤਾ ਗਿਆ, ਇਸ ਵਿੱਚ ਵੀ 273 ਇਨਵੀਟੇਸ਼ਨ ਜਾਰੀ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਪਰ ਹੁਣ ਲੋਕ ਚਾਹੁੰਦੇ ਨੇ ਕਿ ਇਹਨਾਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾਏ। ਇੱਕ ਪੋਲ ਸਾਹਮਣੇ ਆਇਆ, ਜਿਸ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਕੈਨੇਡੀਅਨਸ ਚਾਹੁੰਦੇ ਨੇ ਕਿ ਪਾਬੰਦੀਆਂ ਵਿੱਚ ਰਾਹਤ ਮਿਲੇ। ਕੈਨੇਡਾ ਵਿੱਚ ਇੱਕ ਪੋਲ ਅਜਿਹਾ ਸਾਹਮਣੇ ਆਇਆ, ਜਿਸ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਕੈਨੇਡੀਅਨਸ ਕਹਿੰਦੇ ਨੇ ਕਿ ਹੁਣ ਸਾਨੂੰ ਕੋਵਿਡ-19 ਨਾਲ ਰਹਿਣਾ ਸਿੱਖ ਲੈਣਾ ਚਾਹੀਦਾ ਹੈ। ਇਸ ਵਿੱਚ 30% ਕੈਨੇਡੀਅਨਸ ਇਹ ਮੰਨਦੇ ਹਨ ਕਿ ਇਹ ਵੇਲਾ ਆ ਚੁੱਕਿਆ ਹੈ ਕਿ ਪੈਂਡੈਮਿਕ ਦੌਰਾਨ ਜੋ ਪਾਬੰਦੀਆਂ ਲਗਾਈਆਂ ਗਈਆਂ, ਇਸ ਨੂੰ ਹਟਾ ਦਿੱਤਾ ਜਾਵੇ, ਜਦਕਿ 40% ਇਹ ਕਹਿੰਦੇ ਹਨ ਕਿ ਇਹਨਾਂ ਪਾਬੰਦੀਆਂ ਨੂੰ ਹੌਲੀ-ਹੌਲੀ ਧਿਆਨ ਨਾਲ ਹੀ ਹਟਾਉਣਾ ਚਾਹੀਦਾ ਹੈ। ਦਰਅਸਲ ਲੈਜਰ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਕਈ ਲੋਕ ਇਹ ਚਾਹੁੰਦੇ ਨੇ ਕਿ ਸਸਟੇਨੇਬਲ ਅਪਰੋਚ ਅਪਣਾਈ ਜਾਵੇ। ਇਸ ਪੋਲ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 29% ਕੈਨੇਡੀਅਨਸ ਇਹ ਕਹਿੰਦੇ ਨੇ ਕਿ ਉਹ ਇਸ ਸਮੇਂ ਫੁੱਲੀ ਵੈਕਸੀਨੇਟਡ ਹਨ ਤੇ ਓਮਿਕਰੌਨ ਵੇਰੀਐਂਟ ਘੱਟ ਸੀਰੀਅਸ ਹੈ, ਜਦਕਿ 28% ਕਾਫੀ ਐਂਸ਼ੀਅਸ ਅਤੇ ਗੁੱਸੇ ਦੇ ਵਿੱਚ ਨਜ਼ਰ ਆਏ। 14% ਕੈਨੇਡੀਅਨਸ ਮੰਨਦੇ ਨੇ ਕਿ ਇਸ ਸਮੇਂ ਜੋ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਉਹ ਇਸ ਨਾਲ ਕੰਫਰਟੇਬਲ ਨੇ, ਜਦਕਿ 14% ਵੱਲੋਂ ਲਾਜ਼ਮੀ ਨੀਤੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਜੋ ਸਰਵੇ ਸੀ, ਇਸ ਨੂੰ 4 ਫਰਵਰੀ ਤੇ 6 ਫਰਵਰੀ ਦੇ ਵਿਚਕਾਰ ਕਰਵਾਇਆ ਗਿਆ। ਇਸ ਵਿੱਚ 1546 ਕੈਨੇਡੀਅਨਸ ਨੇ ਹਿੱਸਾ ਲਿਆ ਤੇ ਉਹਨਾਂ ਵੱਲੋਂ ਆਪਣਾ ਪੱਖ ਇਸ ਵਿੱਚ ਸਾਂਝਾ ਕੀਤਾ ਗਿਆ। ਇਸ ਪੋਲ ਦੇ ਵਿੱਚ 58% ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਸਰਕਾਰ ਨੂੰ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਨੇ ਜਾਂ ਫਿਰ ਨਹੀਂ। 32% ਨੇ ਇਸ ਦਾ ਜਵਾਬ ਹਾਂ ਵਿੱਚ ਦਿੱਤਾ ਤੇ ਬਾਕੀ ਲੋਕਾਂ ਵੱਲੋਂ ਇਸ ਦਾ ਜਵਾਬ ਨਾ ਵਿੱਚ ਦਿੱਤਾ ਗਿਆ। ਕੈਨੇਡਾ ਵਿੱਚ ਯਾਤਰੀਆਂ ਨੂੰ ਰਾਹਤ ਦੇਣ ਦੀ ਮੰਗ ਉੱਠਣ ਲੱਗੀ ਹੈ। ਇਸ ਸਮੇਂ ਜੋ ਟੈਸਟ ਰਿਕੁਆਇਰਮੈਂਟ ਰੱਖੀ ਗਈ ਹੈ, ਉਸ ਨੂੰ ਹਟਾਉਣ ਵਾਸਤੇ ਕਿਹਾ ਜਾ ਰਿਹਾ ਹੈ। ਜੀ ਹਾਂ, ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੈ ਕਿ ਉਹ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣ, ਪਰ ਹੁਣ ਇੰਡਸਟਰੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਟੈਸਟ ਰਿਕੁਆਇਰਮੈਂਟ ਨੂੰ ਖਤਮ ਕੀਤਾ ਜਾਵੇ। ਆਟਵਾ ਦੇ ਡਾਕਟਰ ਅਤੇ ਟੂਰਿਜ਼ਮ ਇੰਡਸਟਰੀ ਵੱਲੋਂ ਟੈਸਟ ਰਿਕੁਆਇਰਮੈਂਟ ਸੰਬੰਧੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਟੈਸਟ ਰਿਕੁਆਇਰਮੈਂਟ ਨੂੰ ਹਟਾ ਦੇਣਾ ਚਾਹੀਦਾ ਹੈ। ਜੀ ਹਾਂ, ਕੈਨੇਡਾ ਆਉਣ ਵਾਲੇ ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣ, ਪਰ ਹੁਣ ਕੈਨੇਡੀਅਨ ਟਰੈਵਲ ਅਤੇ ਟੂਰਿਜ਼ਮ ਇੰਡਸਟਰੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਇਸ ਰਿਕੁਆਇਰਮੈਂਟ ਨੂੰ ਹਟਾ ਦੇਵੇ। ਇਸ ਬਾਰੇ ਜੋ ਸਟੇਟਮੈਂਟ ਸਾਹਮਣੇ ਆਈ, ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਅਜਿਹੇ ਦੇਸ਼ ਨੇ ਜਿਨ੍ਹਾਂ ਵੱਲੋਂ ਟੈਸਟ ਰਿਕੁਆਇਰਮੈਂਟ ਨੂੰ ਹਟਾ ਦਿੱਤਾ, ਜਿਵੇਂ ਕਿ ਯੂਨਾਈਟਿਡ ਕਿੰਗਡਮ, ਸਵਿਟਜ਼ਰਲੈਂਡ ਅਤੇ ਡੈਨਮਾਰਕ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਕਿ ਹੁਣ ਯਾਤਰੀਆਂ ਨੂੰ ਟੈਸਟ ਰਿਕੁਆਇਰਮੈਂਟ ਦੀ ਜ਼ਰੂਰਤ ਨਹੀਂ ਹੋਵੇਗੀ। ਦੱਸੀਏ ਕਿ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਵੀ ਇਸ ਤਰ੍ਹਾਂ ਦੀ ਮੰਗ ਉੱਠ ਚੁੱਕੀ ਹੈ, ਜਿੱਥੇ ਇੰਡਸਟਰੀ ਵੱਲੋਂ ਕਿਹਾ ਗਿਆ ਸੀ ਕਿ ਟੈਸਟ ਨੂੰ ਹੁਣ ਲਾਜ਼ਮੀ ਨਾ ਰੱਖਿਆ ਜਾਵੇ। ਅਜਿਹਾ ਹੀ ਕੈਨੇਡਾ ਵਿੱਚ ਵੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਆਉਣ ਵਾਲੇ ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣ, ਤਾਂ ਹੀ ਉਹਨਾਂ ਨੂੰ ਕੈਨੇਡਾ ਵਿੱਚ ਐਂਟਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਯਾਤਰੀਆਂ ਵਾਸਤੇ ਫੁੱਲੀ ਵੈਕਸੀਨੇਟਡ ਹੋਣਾ ਵੀ ਜ਼ਰੂਰੀ ਹੈ।
ਪਰ ਕਿਉਂਕਿ ਇਸ ਸਮੇਂ ਵੱਖ-ਵੱਖ ਦੇਸ਼ਾਂ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ, ਇਸ ਕਾਰਨ ਯੂਨਾਈਟਿਡ ਕਿੰਗਡਮ, ਸਵਿਟਜ਼ਰਲੈਂਡ ਅਤੇ ਡੈਨਮਾਰਕ ਵੱਲੋਂ ਹਾਲ ਹੀ ਵਿੱਚ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਕਈ ਯਾਤਰਾ ਪਾਬੰਦੀਆਂ ਵਿੱਚ ਵੀ ਰਾਹਤ ਦਿੱਤੀ ਗਈ। ਸਰੀ ਦੇ ਇੱਕ ਸਕੂਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹੈਂਡਗਨ ਮਿਲੀ। ਇਸ ਬਾਰੇ ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਰੀਸੈਸ ਦੌਰਾਨ ਵਿਦਿਆਰਥੀਆਂ ਨੂੰ ਗਰਾਊਂਡ ਵਿੱਚੋਂ ਇੱਕ ਗਨ ਮਿਲੀ ਹੈ, ਜਿਸ ਦੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਸਰੀ ਦੇ ਇੱਕ ਸਕੂਲ 'ਚੋਂ ਹੈਂਡਗਨ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਰੀ ਦੇ ਐਲੀਮੈਂਟਰੀ ਵਿਦਿਆਰਥੀਆਂ ਨੂੰ ਸਵੇਰੇ ਰੀਸੈਸ ਦੌਰਾਨ ਇਹ ਹੈਂਡਗਨ ਮਿਲੀ। ਸਰੀ ਮਾਊਂਟੀਜ਼ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜੋ ਬੋਥਵੈਲ ਐਲੀਮੈਂਟਰੀ ਸਕੂਲ ਤੋਂ ਮਾਮਲਾ ਸਾਹਮਣੇ ਆਇਆ, ਇਸ ਦੀ ਉਹਨਾਂ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਇੱਥੇ ਵਿਦਿਆਰਥੀਆਂ ਨੂੰ ਸਕੂਲ ਗਰਾਊਂਡ ਵਿੱਚ ਹੈਂਡਗਨ ਮਿਲੀ। ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਗਨ ਲੋਡਡ ਸੀ ਜਾਂ ਨਹੀਂ। ਇਸ ਦੇ ਉੱਪਰ ਉਹਨਾਂ ਨੇ ਅਜੇ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਇਹ ਅਸਲੀ ਹਥਿਆਰ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਜੋ ਹਾਲ ਹੀ ਵਿੱਚ ਸਰੀ ਤੋਂ ਮਾਮਲਾ ਸਾਹਮਣੇ ਆਇਆ ਸੀ ਕਿ ਇਹ ਹੈਂਡਗਨ ਉਸ ਦੇ ਨਾਲ ਸੰਬੰਧਿਤ ਤਾਂ ਨਹੀਂ। ਫਿਲਹਾਲ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਰੀ RCMP ਨਾਲ 604 5990502 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800-222-8477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇੱਕ ਪੋਲ ਸਾਹਮਣੇ ਆਇਆ ਜਿਸ ਵਿੱਚ ਪਤਾ ਚੱਲਿਆ ਕਿ ਕਿੰਨੇ ਲੋਕ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਹਮਦਰਦੀ ਪ੍ਰਗਟਾਉਂਦੇ ਨੇ। ਜੀ ਹਾਂ, ਪੋਲ ਤੋਂ ਇਹ ਪਤਾ ਚੱਲਿਆ ਕਿ ਕਾਫੀ ਕੈਨੇਡੀਅਨਸ ਨੂੰ ਇਸ ਸਮੇਂ ਜੋ ਪ੍ਰੋਟੈਸਟ ਚੱਲ ਰਿਹਾ, ਇਸ ਦੇ ਸੰਬੰਧ ਵਿੱਚ ਹਮਦਰਦੀ ਹੈ। ਇਸ ਸਮੇਂ ਟਰੱਕਰਸ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ, ਇਸ ਨਾਲ ਸੰਬੰਧਿਤ ਇੱਕ ਪੋਲ ਕਰਵਾਇਆ ਗਿਆ, ਜਿਸ ਤੋਂ ਪਤਾ ਚੱਲਿਆ ਕਿ ਕਿੰਨੇ ਕੈਨੇਡੀਅਨਸ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਹਮਦਰਦੀ ਰੱਖਦੇ ਨੇ। ਦਰਅਸਲ ਇਪਸੋਸ ਵੱਲੋਂ ਇੱਕ ਪੋਲ ਕਰਵਾਇਆ ਗਿਆ, ਜਿਸ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 40% ਕੈਨੇਡੀਅਨਸ ਪ੍ਰਦਰਸ਼ਨ ਵਿੱਚ ਜੋ ਹਰ ਚੀਜ਼ ਹੋ ਰਹੀ ਹੈ ਉਸ ਨਾਲ ਸਹਿਮਤ ਤਾਂ ਨਹੀਂ, ਪਰ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਹਮਦਰਦੀ ਹੈ। ਇਸ ਤੋਂ ਇਲਾਵਾ 61% 18 ਸਾਲ ਤੋਂ 34 ਸਾਲ ਦੀ ਉਮਰ ਵਿਚਕਾਰ ਵਾਲੇ ਹਨ, ਜਿਨ੍ਹਾਂ ਵੱਲੋਂ ਹਮਦਰਦੀ ਪ੍ਰਗਟਾਈ ਜਾ ਰਹੀ ਹੈ। ਦੂਜੇ ਪਾਸੇ 54% ਕੈਨੇਡੀਅਨਸ ਇਹ ਵੀ ਕਹਿੰਦੇ ਨੇ ਕਿ ਇਸ ਸਮੇਂ ਜੋ ਪ੍ਰੋਟੈਸਟ ਹੋ ਰਿਹਾ ਹੈ, ਇੱਥੇ ਕੋਈ ਵੀ ਸਿੰਪੈਥੀ ਡਿਜ਼ਰਵ ਨਹੀਂ ਕਰਦਾ। ਜੋ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਗਲਤ ਹੈ। ਦੱਸਣਯੋਗ ਹੈ ਕਿ 18 ਸਾਲ ਤੋਂ 34 ਸਾਲ ਵਾਲਿਆਂ ਚੋਂ 61% ਸਿੰਪੈਥੀ ਰੱਖਦੇ ਨੇ, 35 ਸਾਲ ਤੋਂ 54 ਸਾਲ ਵਾਲਿਆਂ ਚੋਂ 44% ਤੇ 55 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਚੋਂ 37% ਹਮਦਰਦੀ ਰੱਖਦੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਲਗਾਤਾਰ ਪ੍ਰੋਟੈਸਟ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਨੇ। ਉਹਨਾਂ ਵੱਲੋਂ ਹਾਲ ਹੀ ਵਿੱਚ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਨੈਗੋਸੀਏਸ਼ਨ ਨਹੀਂ ਕੀਤੀ ਜਾਵੇਗੀ। ਇਸ ਪੋਲ ਤੋਂ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 53% ਇਹ ਮੰਨਦੇ ਨੇ ਕਿ ਪ੍ਰਧਾਨ ਮੰਤਰੀ ਨੂੰ ਨੈਗੋਸੀਏਸ਼ਨ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਟਰੱਕਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਐਲਾਨ ਕੀਤਾ ਗਿਆ, ਇਸ ਦਾ ਕਈ ਟਰੱਕ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ 15 ਦਿਨ ਦਾ ਸਮਾਂ ਹੋ ਚੁੱਕਾ ਹੈ। ਆਟਵਾ ਵਿੱਚ ਵੀ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਲਾਜ਼ਮੀ ਵੈਕਸੀਨੇਸ਼ਨ ਨੀਤੀ ਨੂੰ ਹਟਾਇਆ ਜਾਵੇ ਤੇ ਸੂਬਿਆਂ ਤੋਂ ਪਾਬੰਦੀਆਂ ਵੀ ਚੁੱਕੀਆਂ ਜਾਣ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਓਨਟਾਰੀਓ ਵਿੱਚ ਹਸਪਤਾਲ ਅੰਦਰ 1829 ਮਰੀਜ਼ਾਂ ਦੀ ਗਿਣਤੀ ਹੈ ਤੇ ਇੰਟੈਂਸਿਵ ਕੇਅਰ ਅਧੀਨ 435 ਦੀ ਦੱਸੀ ਗਈ। ਓਨਟਾਰੀਓ 'ਚ 24 ਘੰਟਿਆਂ ਦੌਰਾਨ 2907 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਤੇ ਹੁਣ ਤੱਕ 10 ਲੱਖ ਤੋਂ ਵੱਧ ਕੇਸਿਸ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਇਹਨਾਂ ਵਿੱਚ 422 ਅਨਵੈਕਸੀਨੇਟਡ, 135 ਪਾਰਸ਼ਲੀ ਵੈਕਸੀਨੇਟਡ, 1000 ਤੋਂ ਵੱਧ ਫੁੱਲੀ ਵੈਕਸੀਨੇਟਡ ਸ਼ਾਮਿਲ ਨੇ। ਸੂਬੇ ਵਿੱਚ 10 ਲੱਖ ਤੋਂ ਵੱਧ ਰਿਕਵਰਡ ਕੇਸਿਸ ਦਾ ਅੰਕੜਾ ਹੈ। ਵੈਕਸੀਨ ਬਾਰੇ ਜੋ ਜਾਣਕਾਰੀ ਸਾਹਮਣੇ ਆਈ, ਉਸ ਮੁਤਾਬਕ 99.6% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼, 92.2% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਅਤੇ 51.8% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਬੂਸਟਰ ਸ਼ਾਟ ਵੀ ਹਾਸਲ ਕਰ ਲਿਆ ਗਿਆ ਹੈ। 5 ਸਾਲ ਤੋਂ 11 ਸਾਲ ਵਾਲਿਆਂ ਚੋਂ 54.8% ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਅਤੇ 26% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਗਏ ਨੇ। ਓਨਟਾਰੀਓ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 11.7% ਦਰਜ ਕੀਤਾ ਗਿਆ। ਇੱਥੇ ਹੁਣ ਤੱਕ 11,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਕਿਊਬੈਕ 'ਚ 2000 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਨੇ। ਜਾਣਕਾਰੀ ਮੁਤਾਬਕ 2214 ਮਰੀਜ਼ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਨੇ ਤੇ ਇੰਟੈਂਸਿਵ ਕੇਅਰ ਅਧੀਨ 164 ਦੀ ਗਿਣਤੀ ਦੱਸੀ ਗਈ।
ਪ੍ਰੋਵਿੰਸ ਵਿੱਚ 24 ਘੰਟਿਆਂ ਦੌਰਾਨ 2662 ਕੇਸਿਸ ਦਰਜ ਕੀਤੇ ਗਏ ਤੇ 39 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਨੇ। ਪੈਂਡੈਮਿਕ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਥੇ ਕੁੱਲ 8,94,613 ਦੇ ਕਰੀਬ ਕੋਰੋਨਾ ਕੇਸਿਸ ਸਾਹਮਣੇ ਆ ਚੁੱਕੇ ਨੇ ਤੇ 13,656 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਇੱਥੇ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 85% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਤੇ 48% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਬੂਸਟਰ ਡੋਜ਼ ਕੁੱਲ ਮਿਲਾ ਕੇ ਤਿੰਨੋਂ ਡੋਜ਼ ਹਾਸਲ ਕਰ ਲਏ ਗਏ ਨੇ। ਕੈਨੇਡਾ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ਕੇਸਿਸ ਸਾਹਮਣੇ ਆ ਚੁੱਕੇ ਨੇ। 33,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ ਤੇ ਰਿਕਵਰਡ ਕੇਸਿਸ ਦਾ ਵੀ ਵੱਡਾ ਅੰਕੜਾ ਹੈ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੂਡੋ ਦੀ ਟਰੱਕ ਵਾਲਿਆਂ ਨੂੰ ਸਲਾਹ, ਕਿਹਾ ਹੁਣ ਜਾਣਾ ਚਾਹੀਦਾ ਹੈ ਘਰ। ਬਾਈਡਨ ਦੀ ਟਰੂਡੋ ਨੂੰ ਸਲਾਹ, ਦੱਸਿਆ ਕਿਵੇਂ ਹਟਾਓ ਪ੍ਰਦਰਸ਼ਨ। ਓਨਟਾਰੀਓ 'ਚ ਲੱਗੀ ਸਟੇਟ ਆਫ ਐਮਰਜੈਂਸੀ, ਓਨਟਾਰੀਓ ਦੇ ਪ੍ਰੀਮੀਅਰ ਨੇ ਕੀਤਾ ਐਲਾਨ। ਓਨਟਾਰੀਓ ਨੇ ਪ੍ਰਦਰਸ਼ਨ ਖਿਲਾਫ ਕੀਤੀ ਕਾਰਵਾਈ, ਓਨਟਾਰੀਓ ਨੇ ਲਗਾਈ ਫੰਡ ਤੇ ਰੋਕ। 2019 ਦੇ ਮਾਮਲੇ 'ਚ ਪੰਜਾਬੀ ਨੂੰ ਹੋਈ ਸਜ਼ਾ, 176 ਦਿਨ ਰਹਿਣਾ ਪਵੇਗਾ ਜੇਲ੍ਹ। ਸੋ ਖਬਰਾਂ ਦੇ ਬੁਲੇਟਿਨ ਵਿੱਚ ਇੰਨਾ ਹੀ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।